टॉपिक जिहड़ा नेक्स्ट शुरू करते पे आपां, ठीक है जी, वो हैगा अपने कोल रेजोल्यूशन ऑफ वेक्टर। कल कुछ इस टॉपिक का आप स्टार्ट लेता सी थोड़ा जिहा, ठीक है। रेजोल्यूशन ऑफ वेक्टर डिफाइन करिए तो किहनूं क्या सीगा, कहंदा व्हेन ए वेक्टर इज डिवाइडेड इनटू टू और मोर पार्ट्स। मेरे को कोई एक गिवन वेक्टर हैगा, मैं उस वेक्टर ਨੂੰ ਸਪਲਿਟ ਕਰਕੇ ਉਹਦੇ ਡਿਫਰੈਂਟ ਡਾਇਰੈਕਸ਼ਨ ਚ ਡਿਫਰੈਂਟ ਕੰਪੋਨੈਂਟ ਬਿਲਟ ਅਪ ਕਰ ਦਵਾਂ ਤੇ ਉਸ ਫਿਨੋਮੀਨਾ ਨੂੰ ਜਿਸ ਵੈਕਟਰ ਨੂੰ ਸਪਲਿਟ ਕੀਤਾ ਜਾਏਗਾ ਉਸ ਫਿਨੋਮੀਨਾ ਦਾ ਨਾਮ ਰੈਜ਼ੋਲੂਸ਼ਨ ਆਫ ਵੈਕਟਰ। ਡੈਫੀਨੇਸ਼ਨ ਇਹ ਬਣਾਈ ਸੀਗੀ, the process of splitting a single vector into two or more components which combinedly produce the same effect as produced by that single vector। तो जो ਉਹਦਾ ਮਤਲਬ ਆ ਉਸੇ ਨੂੰ ਡਿਫਾਈਨ ਕਰਦੇ ਪਏ ਕਿ ਵੀ ਇੱਕ ਵੈਕਟਰ ਨੂੰ ਸਪਲਿਟ ਕਰਕੇ ਉਹਦੇ ਕੰਪੋਨੈਂਟ ਬਣਾ ਦਿਓ ਔਰ ਜਦੋਂ ਉਹਨਾਂ ਕੰਪੋਨੈਂਟਸ ਨੂੰ ਕੰਬਾਈਨ ਕਰੀਏ ਤੇ ਉਹ ਮਿਲ ਕੇ ਉਹੀ ਕਹਿੰਦਾ ਜੀ ਇਫੈਕਟ ਡਿਵੈਲਪ ਕਰੂਗੇ ਜਿਹੜਾ ਉਹ ਸਿੰਗਲ ਵੈਕਟਰ ਪ੍ਰੋਡਿਊਸ ਕਰਦਾ। ਤੇ ਫਿਰ ਅਸੀਂ ਕਹਿੰਦੇ ਇਸ ਫਿਨੋਮੀਨਾ ਦਾ ਨਾਮ ਰੈਜ਼ੋਲੂਸ਼ਨ ਆਫ ਵੈਕਟਰ ਆ। क्या ਇੰਨੀ ਗੱਲ ਪਹਿਲਾਂ ਸਮਝ ਲੱਗੀ? यस सर। यस सर। ਇਸ ਦਾ ਆਪਾਂ ਕੱਲ ਇੰਨੀ ਗੱਲ ਕਰ ਰਹੇ ਸੀਗੇ ਕਿ ਵੀ ਆਪਣੇ ਕੋਲ ਐਸਾ ਜੀ ਇੱਕ ਵੈਕਟਰ r ਦਿੱਤਾ ਹੋਇਆ, ਜੇ ਮੈਂ ਇਸ ਵੈਕਟਰ ਨੂੰ ਸਪਲਿਟ ਕਰਕੇ ਇਹਦੇ ਦੋ ਕੰਪੋਨੈਂਟ ਲਿਖ ਲਵਾਂ, ਇੱਕ a ਵੈਕਟਰ ਤੇ ਇੱਕ b ਵੈਕਟਰ, ठीक है। वो कहता ਜਦੋਂ ਤੁਸੀਂ ਆਪਣੇ ਗਿਵਨ ਵੈਕਟਰ ਨੂੰ ਇਹਨਾਂ ਦੋ ਕੰਪੋਨੈਂਟ ਦੀ ਫਾਰਮ ਚ ਐਕਸਪ੍ਰੈਸ ਕਰਨਾ, ਅਸੀਂ ਬੇਟਾ ਇੱਕ ਕੰਮ ਕਰਨ ਲੱਗੇ, ਕਹਿੰਦਾ ਜੀ ਕੰਸੀਡਰ ਅ ਸਾਈਡ kl which represent a vector r, ठीक है। r ਵੈਕਟਰ ਦੇ ਪੈਰਲਲ ਇੱਕ ਸਾਈਡ ਡਰਾ ਕਰ ਦਿਓ, ਠੀਕ ਹੈ, ਜਿਹੜਾ ਇਸ r ਵੈਕਟਰ ਦੀ ਮੈਗਨੀਟਿਊਡ ਤੇ ਡਾਇਰੈਕਸ਼ਨ ਨੂੰ ਸਪੈਸੀਫਾਈ ਕਰੇ और ऐसे k पॉइंट तो एक होर साइड ड्रा कर दियो, ਉਹਦਾ ਨਾਮ km ਰੱਖ ਦਿਓ, ਜਿਹੜੀ ਤੁਹਾਡੇ a ਵੈਕਟਰ ਨੂੰ ਰਿਪਰੈਜ਼ੈਂਟ ਕਰੇ। ਸਿਮਿਲਰਲੀ ਇਸੇ ਥਾਂ ਤੋਂ ਤੁਸੀਂ ਐਸਐਚ ਸੈਕਿੰਡ ਇੱਕ ਕਹਿੰਦਾ ਜੀ ਸਾਈਡ ਪਲਾਟ ਕਰ ਦਿਓ, ਜਿਹੜੀ ਤੁਹਾਡੀ ਐਸਐਚ b ਵੈਕਟਰ ਨੂੰ ਰਿਪਰੈਜ਼ੈਂਟ ਕਰੇ। ਤੇ ਇਹਦੇ ਤੋਂ ਆਪਾਂ ਕੰਡੀਸ਼ਨ ਇਹ ਕਹਿੰਨੇ ਪਏ ਕਿ if a given vector is represented by the side kl of a given triangle, then the other two side of the triangle they will show the two component of given vector। And then we may write, ਆਪਾਂ ਜੇ ਇਹਨੂੰ ਲਿਖਣਾ ਹੋਵੇ ਤੇ ਬੇਟਾ ਆਪਾਂ ਇਹਨੂੰ ਇਦਾਂ ਲਿਖ ਸਕਦੇ kl vector equal to lm vector plus mb vector। क्या ਆ ਗੱਲ ਸਮਝ ਲੱਗਦੀ ਪਈ? यस सर। ठीक है। अब अपने वेक्टर ਇਹਨਾਂ ਦੋ ਕੰਪੋਨੈਂਟ ਦੀ ਫਾਰਮ ਚ ਐਕਸਪ੍ਰੈਸ ਕਰਦੇ ਪਏ ਤੇ ਪੁੱਤ ਇਹਨੂੰ ਲਿਖਣ ਦਾ ਇੱਕ ਮੈਥਡ ਮੇਰੇ ਕੋਲ ਇਹ ਵੀ ਹੋ ਜਾਏਗਾ। ਆਪਾਂ ਇਹਨੂੰ ਇਦਾਂ ਕਹਿ ਸਕਦੇ ਆ, ਇਸ a ਵੈਕਟਰ ਦੇ ਪੈਰਲਲ ਆਪਾਂ ਇੱਕ ਹੋਰ ਨਵਾਂ ਵੈਕਟਰ ਕੰਸੀਡਰ ਕਰਦੇ ਹਾਂ ਔਰ ਉਸ ਵੈਕਟਰ ਦੀ ਵੈਲਿਊ m ਟਾਈਮ a ਵੈਕਟਰ, m ਤੇ n ਦੋ ਰੀਅਲ ਨੰਬਰ ਲੈਣ ਲੱਗਿਆ, ਠੀਕ ਹੈ। m ਤੇ n ਦੋ ਰੀਅਲ ਨੰਬਰ ਲੈ ਰਿਆ, ਇਸ ਵੈਕਟਰ ਦੇ ਪੈਰਲਲ ਇੱਕ ਵੈਕਟਰ ਡਰਾ ਕਰ ਦਿਓ, ਨਾਮ ਨੂੰ ਕੁਝ ਦੇ ਦਿਓ, ਲੈਟ ਇਟ ਬੀ ns, ਜੋ ਮਰਜ਼ੀ ਨਾਮ ਦੇ ਦਿਓ और इस वेक्टर ए वेक्टर मेरे को जेड़ा ड्रा कीता आपा, ठीक है, ਇਹਦੀ ਵੈਲਿਊ ਇਸ ਵੈਕਟਰ ਦੇ ਕਹਿੰਦਾ ਜੀ ਐਸਾ ਜੀ ਡਾਇਰੈਕਸ਼ਨ ਜਾਏਗੀ। ਔਰ ਸਿਮਿਲਰਲੀ b ਵੈਕਟਰ ਦੇ ਪੈਰਲਲ ਇੱਕ ਅਨਦਰ ਵੈਕਟਰ ਡਰਾ ਕਰ ਦਿਓ, ਉਹਦਾ ਨਾਮ ਆਪਾਂ nb ਵੈਕਟਰ ਰੱਖ ਦਿੰਦੇ। ਕਹਿੰਦਾ ਜੀ ਦੈਨ ਆ ਸਾਈਡ ਤੇ ਮੇਰੇ ਕੋਲ ਜਿਹੜੀ ਆ ਜਾਏਗੀ, ਇਹਨੂੰ ਕੁਝ ਨਾਮ ਦੇ ਦਿਓ, ਜਿਹੜੀ nt ਸਾਈਡ ਆ ਜਾਏਗੀ that represent the resultant of ma vector plus nb vector। ਇਹਦਾ ਮਤਲਬ ਇਹ ਹੋ ਗਿਆ we can write therefore r vector can be written equal to m time a vector plus n time b vector। क्या आप इक्वेशन समझ आई? यस सर। यस सर। उनको तो ਇਹਦੇ ਨਾਲ ਯਾਨੀ ਜੇ ਇਹਨੂੰ ਆਪਾਂ ਪੜੀਏ ਨਾ, ਅਸੀਂ ਇਹ ਕਹਿੰਨੇ ਪਏ ਕਿ ਆ ਦੋ ਜਿਹੜੇ ਵੈਕਟਰ ਬਣਦੇ ਪਏ ma ਵੈਕਟਰ ਤੇ nb ਵੈਕਟਰ, ਇਹ ਦੋਨੋਂ ਦੇ ਦੋਨੋਂ ਇਸ r ਵੈਕਟਰ ਦੇ ਪਾਰਟਸ ਆ। यानी r वेक्टर ਨੂੰ ਸਪਲਿਟ ਕਰਕੇ ਉਹਦੇ ਆ ਦੋ ਅਸੀਂ ਪਾਰਟ ਡਿਵੈਲਪ ਕੀਤੇ ਹੋਏ, ਤੇ ਜੇ ਇਹ ਦੋ ਪਾਰਟ ਮੈਂ ਕੰਬਾਈਨ ਕਰਾਂ ਤੇ ਇਹਦਾ ਇਫੈਕਟ ਸੇਮ ਉਹ ਆਏ, ਠੀਕ ਹੈ, ਜਿਹੜਾ ਮੇਰੇ ਕੋਲ ਇਸ r ਵੈਕਟਰ ਦਾ। ਤੇ ਦੈਨ ਵੀ ਸੈਡ ਕਹਿੰਦਾ ਜੀ these two are called as the components of the given vector। ਇਹਦਾ ਮਤਲਬ ਜੇ ਇਹ ਐਸਐਚ ਦੋਨੋਂ ਮਿਲ ਕੇ ਹਨਾ ਉਹੀ ਇਫੈਕਟ ਬਣਾਉਂਦੇ ਪਏ ਜਿਹੜਾ r ਵੈਕਟਰ ਬਣਾਉਂਦਾ ਸੀ, ਤੇ ਫਿਰ ਇਸ ਦੋਨਾਂ ਵੈਕਟਰਸ ਨੂੰ ਜੇ ਮੈਂ ਨਾਮ ਦੇਣਾ ਹੋਵੇ ਤੇ ਇਹਨਾਂ ਨੂੰ ਮੈਂ ਕੰਪੋਨੈਂਟ ਆਫ ਵੈਕਟਰ ਕਹਿ ਦੂੰ।
Yes, sir. ਹੁਣ ਅਗਲੀ ਗੱਲ ਸੁਣੋ, ਇੱਕ ਨਾਲ ਹੀ ਦੋ ਲਾਈਨਾਂ ਦਾ ਇੱਕ ਛੋਟਾ ਜਿਹਾ ਇਹਦੇ ਚ ਟੌਪਿਕ ਬਣਾ, ਫਿਰ ਅੱਗੇ ਹਜੇ ਗੱਲ ਕੰਟੀਨਿਊ ਰੱਖਾਂਗੇ। ਟੌਪਿਕ ਦਾ ਇੱਕ ਨਾਮ ਆਉਂਦਾ ਇਹਦੇ ਨਾਲ, ਯੂਨੀਕਨੈਸ ਆਫ ਕੰਪੋਨੈਂਟ ਵੈਕਟਰਸ। ਯੂਨੀਕਨੈਸ ਆਫ ਕੰਪੋਨੈਂਟ ਵੈਕਟਰ। ਬੱਚੇ ਇਹਦਾ ਮਤਲਬ ਕੀ ਆ? ਕਹਿੰਦਾ ਪੁੱਤ ਜੇ ਮੈਂ ਕਿਸੇ ਇੱਕ ਵੈਕਟਰ ਦਾ ਕੋਈ ਇੱਕ ਕੰਪੋਨੈਂਟ ਕਿਸੇ ਇੱਕ ਡਾਇਰੈਕਸ਼ਨ ਚ ਬਣਾਵਾਂ, ਮਤਲਬ ਜਦੋਂ ਮੈਂ ਇਹ ਕਹਾਂ ਕਿ ਇਸ ਆਰ ਵੈਕਟਰ ਦਾ ਇੱਕ ਕੰਪੋਨੈਂਟ ਜਿਹੜਾ ਉਹ ਮੈਂ ਐਕਸ ਐਕਸਿਸ ਦੇ ਪੈਰਲਲ ਬਣਾਇਆ ਵਾ, ਠੀਕ ਹੈ। ਇੱਕ ਕੰਪੋਨੈਂਟ ਮੰਨ ਲਓ ਮੇਰੇ ਕੋਲ ਜਿਹੜਾ ਵਾ ਉਹ ਐਕਸ ਵਾਈ ਪਲੇਨ ਚ ਕਿਸੇ ਡਾਇਰੈਕਸ਼ਨ ਚ, ਉਹ ਕਹਿੰਦਾ ਇਹਦਾ ਮਤਲਬ ਇਹ ਹੋਏਗਾ ਕਿ ਜਦੋਂ ਐਸ ਸੱਚ ਤੁਸੀਂ ਐਕਸ ਐਕਸਿਸ ਦੇ ਅਲੋਂਗ ਆਪਣੇ ਗਿਵਨ ਵੈਕਟਰ ਦਾ ਇੱਕ ਕੰਪੋਨੈਂਟ ਬਣਾਇਆ, ਉਹ ਕਹਿੰਦਾ ਇਸ ਡਾਇਰੈਕਸ਼ਨ ਦੇ ਅੰਦਰ ਸੇਮ ਐਨ ਐਸ ਵਾਲੀ ਡਾਇਰੈਕਸ਼ਨ ਦੇ ਅੰਦਰ ਤੁਹਾਡੇ ਗਿਵਨ ਵੈਕਟਰ ਦਾ ਕੋਈ ਹੋਰ ਕੰਪੋਨੈਂਟ ਨਹੀਂ ਹੋ ਸਕਦਾ। ਜਦੋਂ ਵੀ ਇੱਕ ਵੈਕਟਰ ਨੂੰ ਸਪਲਿਟ ਕਰਾਂਗਾ, ਲਾਈਨ ਸਮਝਣ ਦੀ ਕੋਸ਼ਿਸ਼ ਕਰਿਓ, ਇੱਕੋ ਲਾਈਨ ਸਿਰਫ ਸਮਝਣ ਵਾਲੀ ਹੈ। ਯੂਨੀਕਨੈਸ, ਯੂਨੀਕ ਹੋਣਾ ਚਾਹੀਦਾ ਕੰਪੋਨੈਂਟ ਜਿਹੜੇ ਨੇ। ਉਹ ਕਹਿੰਦਾ ਕਿਸੇ ਵੈਕਟਰ ਦਾ ਕੋਈ ਵੀ ਕੰਪੋਨੈਂਟ ਕਿਸੇ ਡਾਇਰੈਕਸ਼ਨ 'ਚ ਹਮੇਸ਼ਾ ਯੂਨੀਕ ਹੁੰਦਾ। ਮਤਲਬ ਇਹ ਆ ਕਿ ਜਿਸ ਡਾਇਰੈਕਸ਼ਨ 'ਚ ਵੈਕਟਰ ਦਾ ਇੱਕ ਕੰਪੋਨੈਂਟ ਦਿਖਾਤਾ ਨਾ, ਉਸ ਡਾਇਰੈਕਸ਼ਨ 'ਚ ਉਸੇ ਸੇਮ ਵੈਕਟਰ ਦਾ ਕੋਈ ਦੂਜਾ ਕੰਪੋਨੈਂਟ ਨਹੀਂ ਆ ਸਕਦਾ। क्या आ लाइन समय लगी? Yes, sir. Yes, sir. When a vector, मैं लाइन को इसे भी इधर डिफाइन करता, when a vector is splitted into two or more component, then in one direction vector has only one component. यानी vector दा एक direction च एक कोई component होएगा, उस direction च vector दा दूसरा component possible नहीं हैगा। ਆਪਾਂ ਇਸ ਲਾਈਨ ਨੂੰ ਇਦਾਂ ਕਹਿ ਦਿੰਨੇ, ਲੈਟ ਮੀ ਸੇ ਕਿ ਜੇਕਰ ਇਸ ਮੂਵਮੈਂਟ ਤੇ ਆਪਾਂ ਆ ਮੰਨਿਆ ਕਿ m ਤੇ n ਦੋ ਰੀਅਲ ਨੰਬਰ ਨੇ ਜਿਹੜੇ ਤੁਹਾਡੇ r ਵੈਕਟਰ ਦੇ ਦੋ ਕੰਪੋਨੈਂਟ ਨੂੰ ਬਣਾਉਂਦੇ ਆ, ਤੇ ਜੇ ਮੈਂ ਇਹ ਮੰਨ ਲਵਾਂ ਇਸ ਡਾਇਰੈਕਸ਼ਨ 'ਚ r ਵੈਕਟਰ ਦਾ ਇੱਕ ਕੰਪੋਨੈਂਟ ਹੋਰ ਹੈਗਾ, ਉਹਦਾ ਨਾਮ m ਡੈਸ਼ a ਵੈਕਟਰ ਆ ਜੇ। ਇਸ ਡਾਇਰੈਕਸ਼ਨ 'ਚ ਇਸੇ r ਵੈਕਟਰ ਦਾ ਦੂਜਾ ਕੰਪੋਨੈਂਟ ਹੈਗਾ ਜਿਹਦਾ ਨਾਮ n ਡੈਸ਼ b ਵੈਕਟਰ ਆ ਜੇ, ਤੇ ਇਹਦਾ ਮਤਲਬ r ਨੂੰ ਫਿਰ ਮੈਂ ਇਹਨਾਂ ਦੋ ਕੰਪੋਨੈਂਟ ਦੀ ਫਾਰਮ 'ਚ ਵੀ ਐਕਸਪ੍ਰੈਸ ਕਰ ਪਾਉਂਗਾ। Yes. एक बार मजा रिपीट कर दो। ਉਹ ਤਾਂ ਮੈਂ ਇਹ ਕਿਹਾ ਕਿ ਜੇ r ਵੈਕਟਰ ਦਾ ਐਸ ਐਚ n s ਵਾਲੀ ਡਾਇਰੈਕਸ਼ਨ 'ਚ ਇੱਕ ਕੰਪੋਨੈਂਟ m ਆ, s t ਵਾਲੀ ਡਾਇਰੈਕਸ਼ਨ 'ਚ ਉਹਦਾ ਕੰਪੋਨੈਂਟ n b ਆ, ਜੇ ਮੈਂ ਆਪਣੇ ਕੋਲੋਂ ਇਹ ਅਜ਼ਿਊਮ ਕਰਾਂ ਕਿ ਵੀ ਇਸੇ ns ਡਾਇਰੈਕਸ਼ਨ 'ਚ r ਵੈਕਟਰ ਦਾ ਇੱਕ ਹੋਰ ਕੰਪੋਨੈਂਟ ਹੈਗਾ ਜਿਹਦਾ ਨਾਮ m ਡੈਸ਼ a ਵੈਕਟਰ ਆ, ਤੇ ਇਸ ਡਾਇਰੈਕਸ਼ਨ 'ਚ ਉਹਦਾ ਦੂਜਾ ਕੰਪੋਨੈਂਟ ਹੈਗਾ ਜਿਹਦਾ ਨਾਮ n ਡੈਸ਼ b ਵੈਕਟਰ ਆ, ਤੇ ਫਿਰ r ਵੈਕਟਰ ਇਹਨਾਂ ਦੋ ਕੰਪੋਨੈਂਟ ਦੀ ਫਾਰਮ 'ਚ ਜੇ ਮੈਂ ਲਿਖਣਾ ਹੋਵੇ ਤੇ ਆਪਾਂ ਇਹਦਾ ਲਿਖ ਸਕਦੇ ਹਾਂ, we know that r vector equal to m dash a vector plus n dash b vector, ਇਹਦਾ ਲਿਖ ਪਾਵਾਂਗੇ? यस सर। ਆ ਗੱਲ ਸਾਰਿਆਂ ਨੂੰ ਸਮਝ ਲੱਗਦੀ ਪਈ? यस सर। ਇਹਨੂੰ ਇਕੁਏਸ਼ਨ ਨੰਬਰ 2 ਦੇਤਾ। ਹੁਣ ਜੇ ਇਹ ਦੋਨੋਂ ਦੋਨਾਂ ਇਕੁਏਸ਼ਨਸ ਦੇ ਅੰਦਰ ਇਹ ਸੇਮ r ਵੈਕਟਰ ਦੇ ਆ ਕੰਪੋਨੈਂਟ ਆ, r ਵੈਕਟਰ ਦੇ ਆ ਕੰਪੋਨੈਂਟ ਆ, ਤੇ ਜੇ ਮੈਂ 1 ਐਂਡ 2 ਨੂੰ ਇਕੁਏਟ ਕਰਾਂ ਤੇ ਮੇਰੇ ਕੋਲ ਰਿਜ਼ਲਟ ਆ ਜਾਏਗਾ from 1 and 2 अपने को रिजल्ट आ जाएगा m a वेक्टर प्लस n b वेक्टर इक्वल टू m डैश a वेक्टर प्लस n डैश b वेक्टर, और इन विदा लिख दिए m माइनस m डैश इनटू a वेक्टर प्लस n माइनस n डैश इनटू b वेक्टर इक्वल टू 0। इस वे अपने को रिजल्ट बनेगा? यस सर। ਜੇ ਮੈਂ ਇਹਦੇ ਵਿੱਚੋਂ ਚੱਲਾਂ a ਤੇ b ਜਿਹੜੇ r ਦੇ ਦੋ ਕੰਪੋਨੈਂਟ ਅਸੀਂ ਮੰਨੇ ਹੋਏ ਆ, ਜੇ r ਮੇਰੇ ਕੋਲ ਇੱਕ ਫਾਈਨਾਈਟ ਵੈਲਿਊ ਦਾ ਵੈਕਟਰ ਆ, ਤੇ ਜਦੋਂ ਇਹਨੂੰ ਮੈਂ ਤੋੜ ਕੇ ਇਹਦੇ ਦੋ ਹਿੱਸੇ ਕਰੂੰਗਾ, ਦੋ ਪਾਰਟ ਕਰੂੰਗਾ, ਇਹਨਾਂ ਨਾਲ a ਔਰ b ਇਹਨਾਂ ਚੋਂ ਕੋਈ ਵੀ ਪਾਰਟ 0 ਤਾਂ ਨਹੀਂ ਹੋਏਗਾ? Yes, sir. ਆ ਪੈਨ ਨੂੰ ਬਈ ਜੇ ਮੈਂ ਇਸ ਪੈਨ ਨੂੰ ਤੋੜਾਂ, ਇਹਦੇ ਦੋ ਪਾਰਟ ਬਣਾਵਾਂ, ਤੇ ਇਹਨਾਂ ਦੇ ਦੋ ਜਿਹੜੇ ਪਾਰਟ ਆ ਫਾਈਨਾਈਟ ਵੈਲਿਊ ਦੇ ਕੁਛ ਨਾ ਕੁਛ ਤਾਂ ਪਾਰਟ ਬਣੂਗੇ। Yes, sir. ਇਹਦਾ ਮਤਲਬ ਇਹ ਚੀਜ਼ ਹੋਈ ਜੇ ਆ ਮੇਰੇ ਕੋਲ ਸਾਰੀ ਟਰਮ ਇਕੁਅਲ ਟੂ 0 ਆ ਰਹੀ ਆ,
ਉਹ ਕਹਿੰਦਾ ਜੀ ਇਹਦੇ ਵਿੱਚੋਂ a ਵੈਕਟਰ ਤੇ b ਵੈਕਟਰ ਇਹ ਤਾਂ ਜ਼ੀਰੋ ਹੈ ਨਹੀਂ, ਇਹਦਾ ਮਤਲਬ ਮੈਂ ਇੱਥੇ ਇਦਾਂ ਲਿਖ ਦਵਾਂ ਐਸ a ਵੈਕਟਰ not equal to 0, b vector not equal to 0, therefore m minus m dash equal to 0 and n minus n dash equal to 0. इस वे ना इस टर्म को एक्सप्रेस करांगे। Yes, sir. तो जे बच्चे मैं इतो लिखा तो ਇਹਦਾ मतलब हो गया m equal to m dash और इतो हो गया n equal to n dash। ਇਹਦਾ ਮਤਲਬ ਕੀ ਹੋਇਆ m ਤੇ m ਡੈਸ਼ ਇਹ ਦੋ ਡਿਫਰੈਂਟ ਵੈਕਟਰ ਨਹੀਂ ਹੋ ਸਕਦੇ, ਯਾਨੀ ਇਹ ਦੋ ਡਿਫਰੈਂਟ ਰੀਅਲ ਨੰਬਰ ਨਹੀਂ ਹੋ ਸਕਦੇ। ਜੇ ਆਹ ਵਾਲੇ ਵੈਕਟਰ ਦੀ ਵੈਲਿਊ 7a ਆ, ਜਸਟ ਆਪਣੇ ਕੋਲੋਂ m ਨੂੰ 7 ਗਿਣਨਾ ਪਿਆ, ਜੇ ਆਹ ਵਾਲੇ ਵੈਕਟਰ ਦੀ ns ਦੀ ਵੈਲਿਊ 7a ਆ ਤੇ ਮੈਂ ਆਹ ਕਹਾਂ ਜੀ ਇਹ 9a ਆ ਤੇ ਆਪਾਂ ਇਹ ਤਾਂ ਨਹੀਂ ਨਾ ਕਹਾਂਗੇ 7 ਟਾਈਮ a ਤੇ 9 ਟਾਈਮ a ਇਕੁਅਲ ਦੋਨੋਂ ਸੇਮ ਵੈਕਟਰ ਆ। नो सर। ਇਹਦਾ ਮਤਲਬ ਫਿਰ ਇਹ ਗੱਲ ਹੋਈ ਕਿ ਕਿਸੇ ਇੱਕ ਡਾਇਰੈਕਸ਼ਨ 'ਚ ਜਦੋਂ ਵੈਕਟਰ ਨੂੰ ਸਪਲਿਟ ਕਰਾਂਗੇ, ਜੇ ਮੈਂ r ਵੈਕਟਰ ਨੂੰ x ਐਕਸਿਸ ਦੇ ਅਲੋਂਗ ਸਪਲਿਟ ਕਰਾਂ ਤੇ x ਐਕਸਿਸ ਦੇ ਅਲੋਂਗ r ਦਾ ਇੱਕੋ ਹੀ ਕੰਪੋਨੈਂਟ ਪੋਸੀਬਲ ਹੋਏਗਾ। Yes, sir. हाँ जी सर। ਇਹ ਆਪਾਂ ਕਹਿੰਦੇ ਕਿਸੇ ਵੀ ਡਾਇਰੈਕਸ਼ਨ 'ਚ ਜਦੋਂ ਵੈਕਟਰ ਨੂੰ ਸਪਲਿਟ ਕੀਤਾ ਜਾਂਦਾ ਤੇ ਉਹਦਾ ਉਸ ਡਾਇਰੈਕਸ਼ਨ 'ਚ ਇੱਕ ਸਿੰਗਲ ਕੰਪੋਨੈਂਟ ਹੋਏਗਾ, ਉਸ ਸੇਮ ਡਾਇਰੈਕਸ਼ਨ 'ਚ ਇੱਕ ਵੈਕਟਰ ਦੇ ਮਲਟੀਪਲ ਕੰਪੋਨੈਂਟ ਨਹੀਂ ਹੋ ਸਕਦੇ। ਤੇ ਇਸ ਪ੍ਰੋਪਰਟੀ ਦਾ ਨਾਮ ਜਿਹੜਾ ਵਾ ਉਹਨੂੰ ਅਸੀਂ ਦਿੰਦੇ ਨੇ ਯੂਨੀਕਨੈਸ ਆਫ ਕੰਪੋਨੈਂਟ ਵੈਕਟਰ, ਕਿ ਵੈਕਟਰ ਦੀ ਐਸ ਸੱਚ ਜਿਹੜਾ ਕੰਪੋਨੈਂਟ ਆ ਉਹ ਹਮੇਸ਼ਾ ਯੂਨੀਕ ਹੋਏਗਾ। ਠੀਕ ਹੈ, ਜਿਸ ਡਾਇਰੈਕਸ਼ਨ 'ਚ ਵੈਕਟਰ ਦਾ ਇੱਕ ਕੰਪੋਨੈਂਟ ਲਿਖ ਦਿੱਤਾ ਗਿਆ, ਇਸ ਡਾਇਰੈਕਸ਼ਨ 'ਚ ਇਸੇ ਸੇਮ ਵੈਕਟਰ ਦਾ ਕੋਈ ਹੋਰ ਕੰਪੋਨੈਂਟ ਨਹੀਂ ਆ ਸਕਦਾ। क्या इतनी गल समझ लगी? Yes, sir. Yes, sir. क्या सारिਆਂ ਨੂੰ इतनी गल क्लियर आ? यस सर। Yes, sir. अर्शिया इतना समझ लग गया? Yes, sir. ला मेरी आवाज देख ला इतनी दूर पहुंच गई तेरे तक, तेरी नहीं आई। अर्शिया समझ लग गया? Yes, sir. चलो हाँ जी, नेक्स्ट इस टॉपिक का हजे रेजोल्यूशन का ही टॉपिक कंटिन्यू रहेगा। ਜਿਹੜਾ ਪਰ ਪਾਰਟ ਕੀਤਾ ਪੁੱਤ ਯੂਨੀਕਨੈਸ, ਕਈ ਵਾਰੀ ਇੰਡੀਵਿਜੂਅਲ ਇਹ ਦੋ ਲਾਈਨਾਂ ਦਾ ਟੌਪਿਕ ਪੁੱਛ ਲੈਂਦੇ ਆ। what do you mean by the uniqueness of component vector, explain mathematically, ਤੇ ਫਿਰ ਆ ਚਾਰ ਲਾਈਨਾਂ ਚ ਤੁਸੀਂ ਉਹਨੂੰ ਐਕਸਪਲੇਨ ਕਰੋਗੇ। ਟੌਪਿਕ ਕੰਟੀਨਿਊ ਜੀ। ਰੈਜ਼ੋਲੂਸ਼ਨ ਆਫ ਵੈਕਟਰ, ਰੈਜ਼ੋਲੂਸ਼ਨ ਆਫ ਵੈਕਟਰ ਚ ਅਗਲਾ ਪਾਰਟ ਆ ਗਿਆ rectangular components, rectangular components of a given vector। rectangular components, rectangular component ਕਿਹੜੇ ਆ? ਆਪਾਂ ਜਿਹੜੇ ਹੁਣ ਇੱਕ ਵੈਕਟਰ ਦੇ ਕੰਪੋਨੈਂਟ ਦਿਖਾਣੇ ਪਏ ਸੀਗੇ ਉਹ ਆਪਾਂ ਕੋਈ ਸਪੈਸੀਫਿਕ ਡਾਇਰੈਕਸ਼ਨ ਨਹੀਂ ਮੰਨੀਆਂ ਬੇਟਾ, ਪਰ ਜੇ ਮੈਂ ਇਹ ਕਹਾਂ ਕਿ ਕਿਸੇ ਵੈਕਟਰ ਨੂੰ ਜਦੋਂ ਸਪਲਿਟ ਕਰੋ ਤੇ ਉਹਦੇ ਜਿਹੜੇ ਦੋ ਜਾਂ ਤਿੰਨ ਕੰਪੋਨੈਂਟ ਬਣਨ, they are mutual perpendicular to one another, then those component which are mutual perpendicular to one another, they are called as the rectangular components। क्या इतनी गल समझ लगी पहलो? Yes, sir. Yes, sir. यस सर। कोई गिवन वेक्टर होएगा, ਆਪਾਂ ਦੋ ਟੌਪਿਕ ਬਣਾਣੇ ਆ। ਪਹਿलो rectangular component in 2 dimension, फिर एक rectangular component in 3 dimension, दो ਵੱਖਰੇ ਟੌਪਿਕ ਬਣਾਵਾਂਗੇ। ਪਹਿਲਾ ਉਹ ਚੋਂ ਲੈਣੇ ਤੁਹਾਡੇ ਕੋਲ ਇੱਕ ਕੋਈ ਵੈਕਟਰ a ਦਿੱਤਾ ਹੋਇਆ ਹੋਵੇ, ਠੀਕ ਹੈ, ਆ ਮੇਰੇ ਕੋਲ ਦੋ x ਤੇ y ਐਕਸਿਸ ਦੋ ਡਾਇਰੈਕਸ਼ਨ ਗਿਵਨ, ਤੇ ਲੈਟ ਮੀ ਸੇ the vector is inclined at an angle theta with respect to x axis। ਜੇ ਬੱਚੇ ਮੈਂ ਆ ਕਹਾਂਗੀ ਵੀ ਐਸਐਚ a ਵੈਕਟਰ ਨੂੰ ਸਪਲਿਟ ਕਰੋ ਤੇ ਇਹਦਾ ਇੱਕ ਕੰਪੋਨੈਂਟ x ਐਕਸਿਸ ਦੇ ਅਲੋਂਗ ਤੇ ਇੱਕ ਕੰਪੋਨੈਂਟ y ਐਕਸਿਸ ਦੇ ਅਲੋਂਗ ਲਿਖੋ ਕੀ ਆਏਗਾ। ਤੇ ਜਿਹੜੇ ਦੋ ਕੰਪੋਨੈਂਟ ਦੋ ਐਕਸਿਸ ਤੇ ਆਨੇ ਆ ਇਹ ਇੱਕ ਦੂਜੇ ਦੇ ਮਿਊਚੁਅਲ ਪਰਪੈਂਡੀਕੂਲਰ ਕੰਪੋਨੈਂਟ ਹੋਊਗੇ। Yes, sir. Yes, sir. यस सर। Yes, sir. perpendicular components ਨੂੰ ਅਸੀਂ rectangular component ਕਹਿੰਦੇ। a ਦਾ ਜਿਹੜਾ ਐਸਐਚ ਕੰਪੋਨੈਂਟ ਆ ਗਿਆ ਇੱਥੇ ਮਤਲਬ p ਪੁਆਇੰਟ ਆ, ਠੀਕ ਆ, ਇਹਦੇ ਕੰਪੋਨੈਂਟ ਲਿਖ ਦਿੰਦੇ, ਇੱਕ ਆ ਗਿਆ ax, ਇੱਕ ਆ ਗਿਆ ay। ਹੁਣ ਜੇ ਮੈਂ ਇਧਰਲੇ ਪਾਸੇ ਲਿਖਾਂ ਕਿ a ਦਾ ਕੰਪੋਨੈਂਟ ax ਵੈਕਟਰ ਦੀ ਫਾਰਮ ਚ ਹੋਊਗਾ, ਇਧਰ ਇਹਦਾ ਕੰਪੋਨੈਂਟ ay ਵੈਕਟਰ ਦੀ ਫਾਰਮ ਚ।
मतलब अपने a वेक्टर दे अगे दो पार्ट बने आ, ठीक है, एक x एक्सिस दे पैरेलल एक y, ते जे आ वेक्टर आ ते दे कंपोनेंट भी वेक्टर ही होंगे। yes Yes, sir, sir. Yes, sir. ਤੇ ਇਹਨੂੰ ਦੇਖਣ ਲਈ ਅਸੀਂ ਕੀ ਕਰਦੇ ਹਾਂ, ਇਹ ਤੋਂ ਇੱਕ ਪਰਪੈਂਡੀਕੂਲਰ ਡਰਾ ਕਰ ਦਿਓ, ਇੱਥੇ ਇੱਕ ਪਰਪੈਂਡੀਕੂਲਰ ਡਰਾ ਕਰ ਦਿਓ, ਇਹਨੂੰ ਕੁਝ ਨਾਮ ਦੇ ਦਿੰਦੇ, ਜਿਹੜਾ ਆ ਪਰਪੈਂਡੀਕੂਲਰ ਡਰਾ ਕਰਦਾ ਪਿਆ ਇਹ y ਐਕਸਿਸ ਦੇ ਪੈਰਲਲ ਆ ਗਿਆ। ਇੰਨੀ ਗੱਲ ਕਲੀਅਰ ਆ। Yes, yes sir. sir, Yes, sir. ਹੁਣ ਜੇ ਇਹ ਤੋਂ ਅਸੀਂ ਸ਼ੋ ਕਰੀਏ ਤੇ ਇਹਦੇ ਮਤਲਬ ay ਬਿਲਕੁਲ ਇਸ ਡਾਇਰੈਕਸ਼ਨ ਚ ਆ, ਤੇ ਹੁਣ ਆ ਆਪਣੇ ਆਪ ਚ ਮੇਰੀ ਇੱਕ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਟ੍ਰਾਇੰਗਲ ਲਾਅ ਆਫ ਵੈਕਟਰ ਐਡੀਸ਼ਨ ਅਪਲਾਈ ਹੋ ਸਕਦਾ। Yes, sir. Yes, yes sir. sir, ਜੇ ਆਪਾਂ ਇੱਥੇ ਲਿਖ ਕੇ ਚੱਲੀਏ ਇਨ ਟ੍ਰਾਇੰਗਲ OMP, ਇਸ ਟ੍ਰਾਇੰਗਲ ਚ OM ਵੈਕਟਰ प्लस MP वेक्टर, ये दोनों दे दोनों वेक्टर ਜਿਹੜੇ ਇੱਕ ਦੂਸਰੇ ਨਾਲ ਹੈਡ ਟੂ ਟੇਲ ਜੁੜੇ ਆ, ਤੇ ਇਹਨਾਂ ਦੋ ਦਾ ਰਿਜ਼ਲਟੈਂਟ ਜਿਹੜਾ ਮੇਰੇ ਕੋਲ OP ਵੈਕਟਰ ਆ ਜਾਏਗਾ। therefore A ਵੈਕਟਰ ਇਕੁਅਲ ਟੂ AX ਵੈਕਟਰ प्लस AY ਵੈਕਟਰ, ਇਸ ਵੇ ਨਾਲ ਆਪਾਂ ਵੈਕਟਰ ਰਿਪਰੈਜ਼ੈਂਟ ਕਰ ਪਾਵਾਂਗੇ। yes sir, Yes. Yes, sir. ਤੇ ਜੇ ਬੇਟਾ ਮੈਂ ਇਹਨੂੰ ਐਸ ਸੱਚ I ਕੈਪ ਤੇ J ਕੈਪ ਦੀ ਫਾਰਮ ਚ ਚੱਲਾਂ, ਤੇ ਪੁੱਤ ਆਪਾਂ ਇਦਾਂ ਕਹਿ ਸਕਦੇ ਹਾਂ ਕਿਸੇ ਇੱਕ ਵੈਕਟਰ ਦੇ, ਮੈਂ ਇੱਕ ਵੈਕਟਰ ਰਿਕਾਲ ਕਰਾਉਣ ਲੱਗਿਆ ਯੂਨਿਟ ਵੈਕਟਰ, ਅਸੀਂ ਕਿਹਾ ਸੀ ਕਿਸੇ ਇੱਕ ਵੈਕਟਰ ਦੇ ਦੋ ਪਾਰਟ ਹੁੰਦੇ ਆ, ਇੱਕ ਉਹਦਾ ਮੈਗਨੀਟਿਊਡ ਹੁੰਦਾ ਤੇ ਇੱਕ ਉਹਦੀ ਡਾਇਰੈਕਸ਼ਨ ਹੁੰਦੀ। ਜੇ ਮੈਂ r ਵੈਕਟਰ ਨੂੰ ਇਹਦੇ ਦੋ ਪਾਰਟ ਚ ਲਿਖਣਾ, ਤੇ r ਵੈਕਟਰ ਦੇ ਅੱਗੇ ਦੋ ਪਾਰਟ ਆ, ਇੱਕ ਉਹਦਾ ਮੈਗਨੀਟਿਊਡ ਸ਼ੋ ਕਰਦਾ, ਇੱਕ ਉਹਦੀ ਡਾਇਰੈਕਸ਼ਨ। ਕਲੀਅਰ ਹੈ ਨੀ ਗੱਲ? yes sir, Yes, sir. Yes, sir. Yes. ਜੇ ਮੈਂ ax ਵੈਕਟਰ ਨੂੰ ਲਿਖਣਾ ਹੋਵੇ ਤੇ ax ਤੁਹਾਡੇ ਵੈਕਟਰ ਦਾ ਮੈਗਨੀਟਿਊਡ ਆ ਪਰ ਇਹਦੀ ਡਾਇਰੈਕਸ਼ਨ ਆ। ਕਿ ਆ ਗੱਲ ਸਮਝ ਲੱਗੀ? ax ਵੈਕਟਰ ਨੂੰ ax i ਕੈਪ ਕਿਉਂ ਲਿਖਿਆ? yes sir, Yes, sir. Sir, I cap x की डायरेक्शन होगी। ਹਾਂਜੀ I cap x की तरफ की डायरेक्शन होगी। ਬਿਲकुल। i ਕੈਪ ਤੇ ਸਟੈਂਡਰਡ ਡਾਇਰੈਕਸ਼ਨ ਆ ਜਿਹੜੀ x ਐਕਸਿਸ ਆ, y ਕੈਪ ਦੇ ਅਲੋਂਗ ਸਟੈਂਡਰਡ ਡਾਇਰੈਕਸ਼ਨ ਆ j ਕੈਪ ਨਾਲ, ਤੇ z ਦੇ ਅਲੋਂਗ k ਕੈਪ। ਜੇ m ਕੈਪ n ਕੈਪ ਇਹਦਾ ਦਾ ਕੋਈ ਸਿੰਬਲ ਪਾਉਂਗੇ, ਉਹਦੀ ਕੋਈ ਸਪੈਸਿਫਿਕ ਨਹੀਂ, ਉਹ ਜਿਹੜੀ ਦੋਗੇ ਉਹੀ ਮੰਨਾਂਗੇ। ਪਰ ਜੇ ਕਿਸੇ ਨਾਲ i ਕੈਪ ਆਇਆ ਇਹਦਾ ਮਤਲਬ x ਐਕਸਿਸ ਆ, ਜੇ y ਕੈਪ ਆਪਾਂ j ਕੈਪ ਆਇਆ ਇਹ ਮਤਲਬ y ਐਕਸਿਸ ਆ, ਸਿਮਿਲਰਲੀ k ਕੈਪ z ਐਕਸਿਸ ਆ। ਕਲੀਅਰ ਆ? Yes, Yes, sir. sir. Yes, sir. ਜੇ ਇੱਥੇ ਚਲੀਏ ਤੇ ax i ਕੈਪ ਪਲਸ ay j ਕੈਪ, ਇਸ ਵੇ ਨਾਲ ਆਪਾਂ ਐਕਸਪ੍ਰੈਸ ਕਰ ਪਾਵਾਂਗੇ। yes sir, Yes, sir. ax ਤੇ ay ਦੀ ਵੈਲਿਊ ਕੱਢਣੀ ਆ a ਤੇ ਥੀਟਾ ਦੀ ਫਾਰਮ ਚ, ਠੀਕ ਹੈ, ਕੱਲ ਦੱਸਿਆ ਵੀ ਸੀਗਾ, ਫਿਰ ਉਹੀ ਚੀਜ਼ ਰੈਪੀਟੀਸ਼ਨ ਹੋਗੀ। ਜੇ ਮੈਂ a ਤੇ ਥੀਟਾ ਮੰਨਾਂ ਮੇਰੇ ਦੋ ਨੋਨ ਵੇਰੀਏਬਲ ਆ, ax ਦੀ ਮੈਂ ਵੈਲਿਊ ਕੱਢਣੀ, ਤੇ ਇੱਥੇ ਰਾਈਟ ਐਂਗਲ ਟ੍ਰਾਇੰਗਲ ਚੋਂ ਬੇਸ ਬਾਈ ਹਾਈਪੋਟੇਨਿਊਜ਼ ਦੇ ਨਾਲ ਇੱਥੇ ਮੇਰੇ ਕੋਲ ਰਿਲੇਸ਼ਨ ਆ ਜੂ। ਹਾਂਜੀ ਸਰ, cos ਦਾ। ਇੱਕ ਟ੍ਰਾਇੰਗਲ OMP ਆਪਾਂ ਲਿਖਦੇ ਪਏ ਜੀ OM over OP, ਇਹਦੀ ਵੈਲਿਊ ਆ ਜਾਏਗੀ cos θ, which implies OM equal to OP cos β। therefore ਆਪਣੇ ਕੋਲ AX, ਕਿਉਂਕਿ ਕੱਲਾ ਮੈਗਨੀਟਿਊਡ ਲਿਖਿਆ ਜਾ ਰਿਹਾ ਇਸ ਲਈ ਵੈਕਟਰ ਸਾਈਨ ਨਹੀਂ ਉੱਪਰ ਪਏਗਾ, AX ਦੀ ਵੈਲਿਊ A cos θ ਆ ਜਾਏਗੀ। yes sir, Yes, sir. ਸਿਮਿਲਰਲੀ ਜੇ ਆਪਾਂ ਐਸ ਚ ਲਿਖ ਲਈਏ ਜੀ PM over OP, ਤੇ PM over OP sin θ, ਇਹਦਾ ਮਤਲਬ ਹੋ ਗਿਆ A by equal to A sin θ ਆ ਜਾਊ। yes sir, Yes, sir. therefore ਜੇ ਆਪਾਂ A ਵੈਕਟਰ ਦੀ ਵੈਲਿਊ ਰੀਰਾਈਟ ਕਰ ਦਈਏ ਤੇ ਆਪਣੇ ਕੋਲ ਇੱਥੇ ਵੈਲਿਊ ਆ ਗਈ A cos θ into i cap plus A sin θ into j cap। ਆ ਤੁਸੀਂ ਆਪਣੇ ਗਿਵਨ ਵੈਕਟਰ ਨੂੰ ਉਹਦੇ ਦੋ ਕੰਪੋਨੈਂਟ ਦੀ ਫਾਰਮ ਚ ਐਕਸਪ੍ਰੈਸ ਕਰਦੇ ਪਏ ਹੋ। ਕਿਆ ਇਹਦੀ ਗੱਲ ਕਲੀਅਰ ਆ? yes sir, Yes, sir. Yes, sir. ਚਲ ਅਜੇ ਨੂੰ ਕੰਟੀਨਿਊ ਰੱਖਾਂਗੇ। ਜਿਹੜੀ ਆ ਦੋ ਕੰਪੋਨੈਂਟ ਦੀ ਵੈਲਿਊਜ਼ ਆਈਆਂ, x ਐਕਸਿਸ ਦੇ ਅਲੋਂਗ ਐਸ ਉਹਦੇ cos θ ਵਾਲਾ ਕੰਪੋਨੈਂਟ ਆਇਆ, ਔਰ y ਐਕਸਿਸ ਦੇ ਅਲੋਂਗ ਮੇਰੇ ਕੋਲ sin θ ਵਾਲਾ ਕੰਪੋਨੈਂਟ ਆਇਆ। ਜੇ ਮੈਂ ਇਹਨਾਂ ਦੋਨਾਂ ਨੂੰ ਸਕੇਅਰਿੰਗ ਐਂਡ ਐਡਿੰਗ ਕਰਦਾ, scaling and adding equation 2 and 3, ਤੇ ਆਪਣੇ ਕੋਲ ਬਣ ਜਾਏਗਾ ਜੀ ax square
ax स्क्वायर प्लस ay स्क्वायर इक्वल टू आ जाएगा इधरों a स्क्वायर cos स्क्वायर थीटा प्लस a स्क्वायर sin स्क्वायर थीटा। ਇਹਨਾਂ ਵਿੱਚੋਂ a स्क्वायर ਕਾਮਨ ਕੱਢ ਲਓ cos स्क्वायर प्लस sin स्क्वायर ਦੀ ਵੈਲਿਊ 1 1 1 ਇਹਦਾ ਮਤਲਬ ਆਪਣੇ ਕੋਲ ਆ ਗਿਆ ax स्क्वायर plus ay स्क्वायर equal to a स्क्वायर which implies a ਦੀ value ਆ ਜਾਏਗੀ under root of ax square plus ay square यानी आ ਤੁਸੀਂ ਆਪਣੇ given vector ਨੂੰ ਉਹਦੇ x ਤੇ y ਕੰਪੋਨੈਂਟ ਦੀ ਫਾਰਮ ਚ ਲਿਖਦੇ ਪਏ क्या ਇੰਨੀ ਗੱਲ ਕਲੀਅਰ yes sir Yes, sir. Yes, sir. yes sir ਲਾਸਟ ਵਰਡ ਇਹੀ ਦੋਨਾਂ ਇਕੁਏਸ਼ਨਸ ਨੂੰ ਡਿਵਾਈਡ ਕਰ ਦਿਓ ਠੀਕ ਆ ਜੇ ਡਿਵਾਈਡ ਕਰਾਂ डिवाइड 3/2 जे डिवाइड करो ते अपने को देखो डिवीजन तो बाद वैल्यू आ जाएगी ay ओवर ax इक्वल टू a sin थीटा ओवर a cos थीटा a ना a कैंसिल करके इमल tan थीटा दी वैल्यू ay ओवर ax आ जाएगी जेडी मेरे को डायरेक्शन को स्पेसिफाई करेगी क्या इतनी गल क्लियर है yes Yes, sir. Sir. रिजल्टेंट वेक्टर दी डायरेक्शन दसनी होएगी ते tan थीटा ना दसांगे बेटा ay ते ax दो कंपोनेंट मेरे को गिवन वेक्टर दे होन ते ओदी रेशियो ना सी डायरेक्शन दस सकदे जे ये दोनों कंपोनेंट नु स्क्वायर रूट ऐड करके सॉल्व कर लवां ठीक है ते रिजल्टेंट वेक्टर दा मैग्नीट्यूड आ जाऊगा ते जे मैं i कैप ते j कैप च कंपोनेंट एक्सप्रेस करने ते मेरे को a वेक्टर दे कंपोनेंट आ जाऊ क्या ये पार्ट क्लियर है Yes, sir. Yes, sir. एक बार निगाह मारो जे पूरे टॉपिक दे किसी वर्ड दा डाउट हैगा तो एक बार मैं दोबारा दसूंगा हां जी क्लियर है Yes, sir. Yes, no करा कंटिन्यू पुत्र पूछना किसी excuse me sir हां बच्चे बोल सर जो डायरेक्शन में tan थीटा इज इक्वल टू ay अपॉन ax लिखा है इसमें a tan थीटा नहीं आएगा ये तो पुत्र कैंसिल हो गया ना ਆਪਾਂ ਦੱਸਣਾ ਕੀ ਚਾਹ ਰਹੇ ਹਾਂ ਆ ਦੇਖੋ ਕਿ ਜੇ ਮੈਂ a ਵੈਕਟਰ ਦੀ ਡਾਇਰੈਕਸ਼ਨ ਕੱਢਣੀ ਆ ਹੈਨਾ ਕਿ ਵੀ a ਵੈਕਟਰ x ਐਕਸਿਸ ਤੋਂ ਕਿੰਨੀ ਦੂਰ ਹੈਗਾ ਕਿੰਨੇ ਡਿਗਰੀ ਐਂਗਲ ਤੇ ਉਹ ਕਹਿੰਦਾ ਵੀ ਤੁਹਾਡੇ ਕੋਲ a ਵੈਕਟਰ ਤਾਂ ਨੋਨ ਨਹੀਂ ਤੁਹਾਡੇ ਨੋਨ ay ਤੇ ax ਮੰਨੇ ਸੀ ਇਹਦਾ ਮਤਲਬ ਜੇ ਮੈਨੂੰ ਕੁਐਸਚਨ ਚ ay ਤੇ ax ਕੰਪੋਨੈਂਟ ਪਤਾ ਹੋਣ ਇਹਦੀ ਰੇਸ਼ੋ ਕੱਢ ਦਵਾਂ ਤੇ ਮੈਨੂੰ ਉਹ ਡਿਫਾਈਨ ਕਰ ਦੇਗਾ a ਵੈਕਟਰ ਕਿੰਨੇ ਡਿਗਰੀ ਐਂਗਲ ਤੇ ਹੋਏਗਾ ਵਿਦ ਰਿਸਪੈਕਟ ਟੂ x ਐਕਸਿਸ ਕੰਪੋਨੈਂਟ क्लियर है yes sir और है किसी का कुछ पूछने वाला no sir No, sir. no, sir. नेक्स्ट पार्ट इससे टॉपिक ਦਾ ਹੀ rectangular component of a vector in 3 dimension ਇਸੇ ਚੀਜ਼ ਨੂੰ 3D ਦੇ ਵਿੱਚ ਲਿਖਣਾ ਤੇ ਆਪਣੇ ਕੋਲ ਉਹਦਾ ਕੀ ਬਣ ਕੇ ਆਏਗਾ पढ़ लो यार कभी नहीं बोली चलो नेक्स्ट टॉपिक रेक्टेंगुलर कंपोनेंट साहिल समय लगदा yes sir विजुअल क्लियर सारा yes sir जे हुन कुछ पूछ लिया तो दस देंगी ना हैं हाँ जी सर तो रोज का रोज रिवाइज कर लिया करो मुझे चलो
हाँ जी करिए शुरू। Yes, sir. Yes, sir. टॉपिक हैगा रेक्टेंगुलर कंपोनेंट ऑफ अ वेक्टर इन 3 डायमेंशन। जेडे कमरे च मैं खड़ा हाँ ठीक है, जे मैं इस कमरे नु क्यूब ले लवां बेटा ते मैं इस कमरे दा बॉडी डायगोनल कितना होवे ते इस कमरे दा बॉडी डायगोनल जेड़ा इहदे बॉटम एंड तो लेके जेड़ा इहदे इंटीरियर च होएगा, यानी आ कमरे दी जेड़ी इधर नुक्कर होएगी इहदे इस कॉर्नर तो इहदे सामने ओपोजिट कॉर्नर दे टॉप ते जे मैं ज्वाइन करावां ते ओ इस कमरे दा बॉडी डायगोनल होएगा। Yes, sir. Yes, sir. ਹੁਣ ਜੇ ਮੈਂ ਇਥੋਂ ਆ ਬੈਕ ਐਂਡ ਤੇ ਜਿਹੜਾ ਕਾਰਨਰ ਆ ਇਥੋਂ ਲਾਈਨ ਲੈ ਕੇ ਇਹਦੇ ਆ ਫਰੰਟ ਐਂਡ ਨਾਲ ਜੁਆਇਨ ਕਰਾਂ ਤੇ ਇਹ ਇਸ ਪੂਰੇ ਕਿਊਬ ਦਾ ਬਾਡੀ ਡਾਇਗੋਨਲ ਕਿਨ ਹੋ ਜੂ। Yes, sir. Yes, sir. ਆਪਾਂ ਇਹਦੇ ਅੰਦਰ ਸ਼ੋ ਪੇ ਕਰਨ ਲੱਗੇ ਆ ਲਾਈਨ ਜਿਹੜੀ ਹੋਏਗੀ ਇਹ ਮੇਰੇ ਕੋਲ ਐਸ ਸੱਚ ਕਿੰਨਾ ਜੀ ਜੇਕਰ ਰਿਪਰੈਜ਼ੈਂਟ ਕਰੀਏ ਇਹ ਮੇਰੇ a ਵੈਕਟਰ ਨੂੰ ਰਿਪਰੈਜ਼ੈਂਟ ਕਰਦੀ ਠੀਕ ਆ। ਇਹਦੇ ਨਾਮ ਕੁਝ ਦੇ ਕੇ ਹੁਣ ਚੱਲ ਪਓ O K L M N S T U ਨਾਮ ਜੋ ਦੇ ਲਈ ਚਲੋ। ਹੁਣ ਜੇ ਇਸ ਮੂਵਮੈਂਟ ਤੇ ਮੈਂ ਇੱਥੇ ਕੰਟੀਨਿਊ ਕਰਾਂ ਤੇ ਆ ਮੇਰੇ ਕੋਲ ਤਿੰਨ ਐਕਸਿਸ ਆਪਾਂ ਸ਼ੋ ਕਰਨ ਲੱਗੇ x ਐਕਸਿਸ ਆ ਲਾਈਨ ਮੇਰੇ ਕੋਲ ਆ ਗਈ ਅਰਾਊਂਡ ਦਾ y ਐਕਸਿਸ और आ थर्ड मेरे को जेड़ा आ गया ये मेरा आ गया z एक्सिस ठीक है। जे मेरे तीन एक्सिस मेरे को गिवन है गया ते मैं अपने इस गिवन वेक्टर दे तीन कंपोनेंट लिखने x एक्सिस वाली साइड पे अलोंग कंपोनेंट ax आ जाए ठीक है जी, ਇਹਦੇ अलोंग मेरे को कंपोनेंट ay आ जाए और ਇਹਦੇ अलोंग मेरे को कंपोनेंट az आ जाए। क्या इतना क्लियर है? Yes, sir. ਤੇ ਜਦੋਂ ਇਹਨਾਂ ਤਿੰਨ ਆਪਾਂ ਇਹਦਾ ਮਤਲਬ ਹੁਣ ਇੱਕ ਵੈਕਟਰ ਦੇ ਕਿੰਨੇ ਕੰਪੋਨੈਂਟ ਦਿੱਤੇ ਆ 3 components. Friends. 3 ਕੰਪੋਨੈਂਟ ਦਿੱਤੇ ਤੇ ਅਸੀਂ ਪੁੱਤੇ ਇੰਨਾ ਕਿਹਾ ਸੀ ਕਿ ਜਿਹੜਾ ਐਸ ਤੁਹਾਡੇ ਕੋਲ ਟ੍ਰਾਇੰਗਲ ਲਾਓ ਆ ਜਾਂ ਤੁਹਾਡੇ ਕੋਲ ਪੈਰਾਲੋਗ੍ਰਾਮ ਲਾਓ ਉਹ ਐਟ ਅ ਟਾਈਮ ਦੋ ਵੈਕਟਰ ਦਾ ਰਿਜ਼ਲਟੈਂਟ ਫਾਈਂਡ ਆਊਟ ਕਰਦਾ। Yes, sir. Sir. Yes, sir. ਮੈਂ ਆ ਬਾਟਮ ਪਲੇਨ ਨੂੰ ਦੇਖਾਂ ਜਿਹੜਾ ਬਾਟਮ ਤੇ ਪਲੇਨ ਬਣਦਾ ਪਿਆ ਜਿਹਦਾ ਨਾਮ ਮੇਰੇ ਕੋਲ O T U K ਹੋਏਗਾ O T K U K ਜਿਹੜਾ ਆ ਬਾਟਮ ਪਲੇਨ ਬਣਿਆ ਇਹ ਕਿਹੜੇ ਪਲੇਨ ਦੇ ਵਿੱਚ ਬਣਿਆ ਵਾ Sir, ZX. XZ ਜਾਂ ZX ਪਲੇਨ ਆ ਗਿਆ। ਹੁਣ ਜੇ ਮੈਂ SH ਆ ਲਵਾਂ ਕਿ ਵੀ ਆ ਇੱਕ ਵੈਕਟਰ ਆ ਗਿਆ ਆ ਲਾਈਨ ਦੇ ਅਲੋਂਗ ਠੀਕ ਹੈ, ਇਸ ਲਾਈਨ ਦੇ ਅਲੋਂਗ ਮੇਰਾ ਵੈਕਟਰ AZ ਆ ਗਿਆ ਤੇ ਆ ਲਾਈਨ ਦੇ ਅਲੋਂਗ ਮੇਰਾ ਵੈਕਟਰ AX ਆ ਗਿਆ। ਇਹ ਦੋ ਵੈਕਟਰ ਇਸ ਪੁਆਇੰਟ ਤੇ ਕਿੱਦਾਂ ਜੁੜੇ ਇੱਕ ਦੂਜੇ ਨਾਲ Tail to tail. Tail to tail. ਤੇ ਜੇ ਮੈਂ ਪਹਿਲਾਂ AZ ਤੇ AX ਦਾ ਰਿਜ਼ਲਟੈਂਟ ਕੱਢ ਦਵਾਂ ਪੈਰਲੋਗ੍ਰਾਮ ਲਾਅ ਲਾ ਕੇ ਤੇ ਜਿਹੜਾ ਇਹਨਾਂ ਦਾ ਰਿਜ਼ਲਟੈਂਟ ਪੈਰਲੋਗ੍ਰਾਮ ਦੇ ਡਾਇਗੋਨਲ ਤੇ ਆ ਜਾਏਗਾ ਫਿਰ ਇਹਨਾਂ ਦੋ ਵੈਕਟਰ ਨੂੰ ਛੱਡ ਕੇ ਜਿਹੜਾ ਡਾਇਗੋਨਲ ਤੇ ਰਿਜ਼ਲਟੈਂਟ ਆਇਆ ਤੇ ਜਿਹੜਾ ਮੇਰਾ ਇੱਕ ਆ ਪੈਂਡਿੰਗ ਵੈਕਟਰ ਆ y ਐਕਸਿਸ ਦੇ ਪੈਰਲਲ ਸਾਈਡ ਹੈਗੀ ਹੈ ਠੀਕ ਹੈ ਨਾ, ਜਿਹੜਾ ਇੱਕ ਰਿਜ਼ਲਟੈਂਟ ਆਇਆ ਤੇ ਜਿਹੜਾ ਆ ਪੈਂਡਿੰਗ ਵੈਕਟਰ ਇਹਨਾਂ ਦੋ ਨੂੰ ਕੰਬਾਈਨ ਕਰਾਂ ਤੇ ਮੇਰੇ ਕੋਲ ਫਾਈਨਲ ਮੇਰਾ a ਵੈਕਟਰ ਨੂੰ ਆਪਾਂ ਐਕਸਪ੍ਰੈਸ ਕਰ ਪਾਵਾਂਗੇ। Yes, sir. ਇਸ ਆ ਕਰਨ ਲੱਗਿਆ ਇਥੋਂ ਇੱਕ ਇਹਦਾ ਜਿਹੜਾ ਐਸਐਚ ਆ ਜਿਹੜਾ ਫੇਸ OTUK ਬਣਦਾ ਪਿਆ ਇਸ OTUK ਫੇਸ ਦਾ ਅਸੀਂ ਜੇ ਐਸਐਚ ਡਾਇਗੋਨਲ ਡਰਾ ਕਰੀਏ ਇਹ ਇਸ ਫੇਸ ਦਾ ਡਾਇਗੋਨਲ ਬਣੇਗਾ ਤੇ ਇਹਦੇ ਅਕੋਰਡਿੰਗਲੀ ਆਪਾਂ ਇੱਥੇ ਲਿਖ ਲਈਏ we know that according to parallelogram law OT vector plus OK vector it should be equal to OU vector। क्या आ गल समझ लगी? Yes, sir. Yes, sir. सारियां नु इन्नी गल समझ आ गई? Yes, sir. Yes. ਹੁਣ ਇੱਥੇ ਇਹਦੀ ਵੈਲਿਊ ਆ ਗਈ AZ plus AX equal to A dash vector यानी OU dash OU ਜਿਹੜਾ ਆਇਆ ਇਹਦਾ ਕੁਝ ਨਾਮ ਆਪਾਂ A dash ਰੱਖ ਲੈਂਦੇ। ਹੁਣ ਆਪਣਾ OT ਤੇ OK ਵਾਲੇ ਦੋ ਵੈਕਟਰ ਛੱਡ ਦਿਓ ਉਹਦੀ ਥਾਂ ਤੇ OU ਵੈਕਟਰ ਲੈ ਲਓ। ਹੁਣ OU ਵੈਕਟਰ ਤੇ ਜਿਹੜਾ ਆ ਵੈਕਟਰ ਉੱਪਰ ਨੂੰ ਜਾਂਦਾ ਪਿਆ ਇਹ ਦੋ ਵੈਕਟਰ ਕਿੱਦਾਂ ਜੁੜੇ ਇੱਕ ਦੂਜੇ ਨਾਲ Head to tail. ਤੇ ਇਹਨਾਂ ਦੋ ਵੈਕਟਰ ਦੀ ਹੈਲਪ ਨਾਲ ਜੇ ਅਸੀਂ ਲਿਖਣਾ ਹੋਵੇ ਟ੍ਰਾਇੰਗਲ ਉਹ ਲਿਖਿਆ ਜਾ ਸਕਦਾ। Yes, sir. ਕਿਹੜੇ ਟ੍ਰਾਇੰਗਲ ਲਵਾਂ? Yes. ट्रायंगल का नाम बोलो केड़ा लवा? Sir, MUO. MUO सही है ट्रायंगल? Yes, sir. OUM.
OUM ਪੁੱਤ ਇਹਦੇ ਵਿੱਚ ਇੱਕ ਦਿਮਾਗ 'ਚ ਰੱਖੋ, ਬਾਰ-ਬਾਰ ਕਹਿ ਰਿਹਾ ਟ੍ਰਾਇੰਗਲ ਦਾ ਨਾਮ ਗਲਤ ਆਰਡਰ 'ਚ ਜੇ ਬੋਲਾਂਗੇ ਤੇ ਬੇਟਾ ਉਹ ਗਲਤ ਵਾ, ਠੀਕ ਹੈ, ਉਹ ਗਲਤ ਹੋਏਗਾ। ਇਹ ਆਰਡਰ ਹੀ ਮੇਨ ਮੈਟਰ ਕਰਦਾ। ਤੁਹਾਡਾ OU ਵੈਕਟਰ ਤੇ UM ਵੈਕਟਰ ਇਹ ਕੰਟੀਨਿਊਟੀ 'ਚ ਆ ਤੇ OM ਵੈਕਟਰ ਇਹਦਾ ਰਿਜ਼ਲਟੈਂਟ ਬਣਦਾ ਪਿਆ। ਇਹ ਮੈਂ ਟ੍ਰਾਇੰਗਲ ਦਾ ਨਾਮ ਵੀ ਇਸੇ ਆਰਡਰ 'ਚ ਹੀ ਆਏਗਾ। ਇੱਥੇ ਜਿਹੜਾ ਪੈਰਲੋਗ੍ਰਾਮ ਆਪਾਂ ਲਿੱਤਾ ਅਕੋਰਡਿੰਗ ਟੂ ਪੈਰਲੋਗ੍ਰਾਮ ਲਾਅ, ਠੀਕ ਹੈ, ਇਨ ਪੈਰਲੋਗ੍ਰਾਮ ਇੱਥੇ ਵੀ ਨਾਮ ਲਿਖ ਦਿੰਦੇ OTUK। ਜਿਹੜਾ ਪੈਰਲੋਗ੍ਰਾਮ ਲਿੱਤਾ ਸੀ ਉਹਦੀ ਕੰਡੀਸ਼ਨ ਲਿਖੀ। ਹੁਣ ਅੱਗੇ ਜੇ ਚੱਲੀਏ ਨਾਓ ਇਨ ਟ੍ਰਾਇੰਗਲ, ਹੁਣ ਟ੍ਰਾਇੰਗਲ ਦਾ ਨਾਮ ਮੇਰੇ ਕੋਲ OUM ਆ ਜਾਏਗਾ। ਇਨ ਟ੍ਰਾਇੰਗਲ OUM, ਇਸ ਟ੍ਰਾਇੰਗਲ ਦੇ ਵਿੱਚ ਜੇ ਆਪਾਂ ਮੂਵ ਕਰੀਏ ਤੇ OU ਵੈਕਟਰ ਪਲੱਸ UM ਵੈਕਟਰ ਤੇ ਇਹਨਾਂ ਦੋ ਦਾ ਰਿਜ਼ਲਟੈਂਟ OM ਵੈਕਟਰ। ਕਲੀਅਰ ਇੰਨੀ ਗੱਲ? Yes, sir. Yes, sir. Therefore, A dash vector plus A y vector that calculator equal to A vector ਤੇ A dash vector ਦੀ ਵੈਲਿਊ ਭਰ ਦਿਓ which implies ਆਪਣੇ ਕੋਲ ਆ ਜਾਏਗਾ AZ vector plus AX vector plus AY vector equal to A vector। यानी A vector ਨੂੰ ਅਸੀਂ ਉਹਦੇ ਤਿੰਨ ਕੰਪੋਨੈਂਟ ਦੀ ਫਾਰਮ 'ਚ ਐਕਸਪ੍ਰੈਸ ਕਰ ਪਾਵਾਂਗੇ। Yes, sir. Yes, sir. इसे नु और पा के लिख दियो और A वेक्टर कैलकुलेटर इक्वल टू AX into I कैप प्लस AY into J कैप प्लस AZ into K कैप। यानी ये अपन अपने गिवन वेक्टर को I कैप J कैप ते K कैप दी फॉर्म च एक्सप्रेस करांगे। क्लियर है? Yes, sir. Yes, sir. और आके जे A वेक्टर दा मैग्नीट्यूड कढना होवे, जे मैं A वेक्टर दा मैग्नीट्यूड कढना होवे ते ਆਪਾਂ ਹੁਣੀ ਪਿੱਛੇ ਗੱਲ ਕਰਕੇ ਹਟੇ ਸੀਗੇ, ਉਸੇ ਤੋਂ ਜਨਰਲਾਈਜ਼ ਕਰਨ ਲੱਗਿਆ। ਪਿੱਛੇ ਆ ਆਇਆ ਸੀਗਾ A वेक्टर इक्वल टू AXI कैप प्लस AY into J कैप ਤੇ ਅਸੀਂ ਕਿਹਾ ਸੀ A ਦਾ ਮੈਗਨੀਟਿਊਡ ਆ ਗਿਆ AX ਸਕੁਅਰ plus AY ਸਕੁਅਰ। ਹੁਣ ਜੇ ਇੱਥੇ ਤੁਹਾਡੇ ਵੈਕਟਰ ਦੇ ਤਿੰਨ ਕੰਪੋਨੈਂਟ ਆਏ ਆ ਤੇ ਇਹਨਾਂ ਦੀ ਹੈਲਪ ਨਾਲ ਅਸੀਂ A ਵੈਕਟਰ ਦਾ ਮੈਗਨੀਟਿਊਡ ਲਿਖਣਾ ਤੇ we can write A equal to AX ਵੈਕਟਰ plus AY square plus AZ square। यानी A की वैल्यू AX square plus AY square plus AZ square का रूट आ जाएगा। क्लियर है? Yes, sir. Yes, sir. कोई इन्हीं का समय लगती भाई? Yes, sir. हाँ जी sir. Yes, sir. चलो अगला पार्ट ध्यान ਨਾਲ ਸਮਝਿਓ, ਕੁਝ ਹੋਰ ਚੀਜ਼ ਐਡ ਕਰਨ ਲੱਗਿਆ। ਪੇਪਰ 'ਚ ਕਈ ਵਾਰੀ ਕੁਐਸਚਨ ਦੇ ਵਿੱਚ ਇੱਕ ਪਾਰਟ ਆਂਦਾ ਇਹਦੇ ਵਿੱਚ ਪ੍ਰੂਵ दैट, लाइन सुनो पहलो बाद चों आप कंटिन्यू कर दे। प्रूव दैट डायरेक्शन कोसाइन, प्रूव दैट स्क्वायर ऑफ द, पूरा बोलने लगे हूं, प्रूव दैट स्क्वायर ऑफ द डायरेक्शन कोसाइन ऑफ ए वेक्टर इज ऑलवेज यूनिटी। एक स्टेटमेंट बोलदा पिया ਉਹਦੇ ਚ ਆਪਾਂ ਵਰਡ ਯੂਜ਼ ਕੀਤੇ ਕਿ ਪ੍ਰੂਵ ਇਹ ਕਰੋ स्क्वायर ऑफ द डायरेक्शन कोसाइन। डायरेक्शन कोसाइन इस वर्ड ਦਾ ਮਤਲਬ ਕੀ ਹੈ ਬੇਟਾ? ਤੁਹਾਨੂੰ ਪਹਿਲਾਂ ਤਾਂ ਲਿਖ ਕੇ ਦੱਸਦਾ ਫਿਰ ਬਾਅਦ ਚੋਂ ਕੰਟੀਨਿਊ ਕਰਦੇ। इसे टॉपिक के अंदर एक आ चीज आ जाती, प्रूव दैट स्क्वायर ऑफ द डायरेक्शन कोसाइंस इज ऑलवेज यूनिटी। और इसे चीज नु दूसरा मेथड की पूछन दा हो सकदा, प्रूव और prove that n square plus m square plus n square equal to 1 where L M and n are called as direction cosines। क्वेश्चन पढ़िया जा रहा? Yes, sir. चलो हुन समझो गल ध्यान नाल। डायरेक्शन कोसाइन एक वर्ड आया बेटा, ठीक है? आ जो मैं लिखया एदी थां ते इनु लिखण दा एक मेथड होर होएगा और वो आ होएगा cos square alpha plus cos square beta plus cos square gamma equal to 1।
L square plus M square plus L square equal to 1 और cos square alpha plus cos square beta plus cos square gamma equal to 1 कहंदा भी ये alpha beta gamma किथे एंगल ਤੇ ਅਸੀਂ ਉਹਨੂੰ ਇਸ ਫਿਗਰ ਚ ਕਿੱਥੇ ਡਿਫਾਈਨ ਕਰਾਂਗੇ ਇਹ ਸਮਝਿਓ ਧਿਆਨ ਨਾਲ ਜੇ ਮੈਂ ਇਹ ਕਹਾਂ a ਵੈਕਟਰ ਨੇ ਆ ਮੇਰੇ ਹੱਥ ਤੇ ਪਹਿਲਾਂ ਸਮਝੀਏ ਗੱਲ ਨੂੰ ਆ ਮੈਂ ਆਪਣੇ ਹੱਥ ਨਾਲ ਜੇ ਤਿੰਨ ਐਕਸਿਸ ਦਿਖਾਉਂਦਾ ਹੋਵਾਂ ਤੇ ਆ ਇੱਥੇ ਪੈਨ ਲਾ ਲਵਾਂ ਇਹ ਮੇਰਾ a ਵੈਕਟਰ ਹੋਵੇ ਪੈਨ ਮੇਰੇ ਕੋਲ ਮੇਰਾ a ਵੈਕਟਰ ਆ ਇੱਕ ਸੈਕਿੰਡ ठीक है आ पेन मेरे को मेरा a वेक्टर आ फर्स्ट फिंगर मेरा x एक्सिस सेकंड फिंगर मेरा y एक्सिस ते आ थंब मेरा z एक्सिस इन्नी गल समझ लगदी भी Yes, yes sir. sir, हुन जे मैं इस मूवमेंट ते ए कहां जी आ पेन ने इस x एक्सिस दे नाल आ x एक्सिस नाल इस थां ते एंगल बनाया आ a वेक्टर ने x कंपोनेंट दा जेड़ा एंगल बनाना इनु अल्फा मान लो इस a वेक्टर ने इस लाइन ना y एक्सिस वाली लाइन ना जेड़ा एंगल बनाना इनु ਆਪਾਂ बीटा मान लीए ते इस s च a वेक्टर ने आ z एक्सिस ना जेड़ा एंगल बनाना इनु मैं गामा मान लवां हुन इथे फिगर च दसां ते इदां कहूंगा जे आ x एक्सिस वाली लाइन दे नाल जे x एक्सिस वाली लाइन ना a वेक्टर अल्फा एंगल बनावे y एक्सिस वाली लाइन नाल ए बीटा एंगल बनावे ते जेड़ा गामा एंगल बनना वो पीछे आ इस z एक्सिस ने इस a ना एंगल बनाया सिर्फ दिखाने वास्ते इथे एटा एंगल दिखाना क्या तीन एंगल समझ आए yes Yes, sir, sir. Yes, sir. चलो हुन समझिए गल ध्यान गामा नहीं समझ आया आ मेरे को आ गया बच्चे आ मेरे को जे मैं ऐसे चलावा इस पेन ने आ z एक्सिस ना एंगल बनाना बेटा ते जेड़ा z ना एंगल आ वो गामा जेड़ा y ना एदा एंगल आ वो बीटा जेड़ा x ना एदा एंगल आ वो अल्फा हो गया तीन एक्सिस ना ਉਹਦੇ ਤਿੰਨ ਇੰਡੀਵਿਜੂਅਲ एंगल आ ਹੁਣ ਆ 3D ਫਿਗਰ ਆ ਬੋਰਡ ਮੇਰਾ 2 ਡਾਈਮੈਂਸ਼ਨਲ ਇਹਦਾ ਮਤਲਬ ਆ ਐਂਗਲ A ਨੇ ਪਿੱਛੋਂ ਦੀ Z ਨਾਲ ਬਣਾ ਕੇ ਅਸੀਂ ਦਿਖਾ ਦਿੱਤਾ ਕਿ ਵੀ ਇਹ ਗਾਮਾ ਕਲੀਅਰ ਆ yes sir, yes Yes, sir. ਹੁਣ ਇੱਥੇ ਮੈਨੂੰ ਦੇਖਦਾ ਪਿਆ ਅਲਫਾ ਬੀਟਾ ਗਾਮਾ ਤਿੰਨਾਂ ਦੀਆਂ cos ਵੈਲਿਊਜ਼ ਲਿੱਤੀਆਂ ਹੋਈਆਂ ਇਹਦਾ ਮਤਲਬ ਹੈ ਇਸ ਫਿਗਰ ਦੇ ਵਿੱਚੋਂ cos ਅਲਫਾ cos ਬੀਟਾ ਤੇ ਸਿਮਿਲਰਲੀ cos ਗਾਮਾ ਲਿਖ ਦਵਾਂ ਜੇ ਮੈਂ cos ਅਲਫਾ ਲਿਖਣਾ ਆ ਇੰਨੀ ਟ੍ਰਾਇੰਗਲ ਲੈ ਕੇ ਜੇ ਮੈਂ ਸੋਚਾਂ ਆ ਇੰਨੀ ਟ੍ਰਾਇੰਗਲ ਦੇ ਵਿੱਚੋਂ ਜੇ ਮੈਂ cos ਅਲਫਾ ਸੋਚਾਂ ਆ ਸਾਈਡ x ਐਕਸਿਸ ਤੇ ax ਵਾਲਾ ਕੰਪੋਨੈਂਟ ਆ a ਆ ਗਿਆ ਐਂਗਲ ਦੇ ਸਾਹਮਣੇ ਪਰਪੈਂਡੀਕੂਲਰ ਆ ਬੇਸ ਤੇ ਹਾਈਪੋਟੇਨਸ ਬਣੂਗੇ Yes, sir. yes sir, ਤੇ ਬੇਸ ਤੇ ਹਾਈਪੋਟੇਨਸ cos ਅਲਫਾ ਬਣਾ ਦੋਗੇ yes sir, Yes, sir. ਚਲ ਇਸੇ ਦੀ ਗੱਲ ਕਰਾਂਗੇ ਅਬੇ ਮੈਂ ਸਿਰਫ 5 ਮਿੰਟ ਕਰ ਰਹਾ ਹੂੰ ਅਬੇ 5 ਮਿੰਟ ਕਰ ਰਹਾ हूं ਹੁਣ ਜੇ ਇਥੋਂ ਫਿਗਰ ਚ ਚੱਲੀਏ ਪੁੱਤ ਤੇ ਆਪਣੇ ਕੋਲੇ ਆ ਜਾਏਗਾ ਫਰਮ ਫਿਗਰ ax over a equal to cos alpha ਆ ਜਿੰਨਾ ਕੰਡੀਸ਼ਨ ਲਿਖੀ ਸਮਝ ਆਈ yes sir, Yes, sir. therefore ax ਦੀ ਵੈਲਿਊ ਆ ਜਾਏਗੀ a cos alpha ਹੁਣ ਇਦਾਂ ਹੀ ਜੇ ਆਪਾਂ ਆ ਪੋਰਸ਼ਨ ਚ ਉੱਪਰ ਵਾਲੇ ਚ ਚੱਲੀਏ ਬੇਟਾ ਆ ਇੰਨੀ ਟ੍ਰਾਇੰਗਲ ਲੈ ਕੇ ਸੋਚਾਂ ਤੇ ਇਹਦੇ ਵਿੱਚ ਐਂਗਲ ਦੇ ਸਾਹਮਣੇ ਆ ਜਾਊਗਾ ਮੇਰੇ ਕੋਲ ਪਰਪੈਂਡੀਕੂਲਰ ਆ ਸਾਈਡ ay ਬੇਸ ਬਣ ਗਈ ਆ ਹਾਈਪੋਟੇਨਸ ay a cos ਬੀਟਾ ਬਣਾ ਦੂੰ yes Yes, sir. यानी इथों ही ਆਪਾਂ लिख दिए सिमिलरली ay आ जाएगा सिमिलरली ay की वैल्यू अपने को आ जाएगी a cos बीटा और az की वैल्यू मेरे को आ जाएगी a cos गामा क्या तीनों वैल्यूज क्लियर है Yes, sir. yes sir, आ ਜਿਹੜੀ ਇਕੁਏਸ਼ਨ ਬਣਾ ਕੇ ਆਏ ਸੀ ਇਹਨੂੰ ਨੰਬਰ ਦੇ ਦਿਓ ਇਕੁਏਸ਼ਨ ਨੰਬਰ 1 ਇਹਦੀ ਹੁਣ ਆਪਾਂ ਨੂੰ ਲੋੜ ਆ ਇਹ ਚ ax ay az ਤਿੰਨਾਂ ਥਾਵਾਂ ਤੇ ਆ ਵੈਲਿਊਜ਼ ਪੁੱਟ ਅਪ ਕਰ ਦਿਓ put these values in equation 1 ठीक है तो therefore अपने को a equal to आ गया under root of इथे ax ਦਾ ਸਕੁਅਰ ਆ ਯਾਨੀ ਆ ਜਾਊਗਾ a ਸਕੁਅਰ cos ਸਕੁਅਰ alpha plus a square cos square beta plus a square cos square gamma ਤੇ ਜੇ ਬੱਚੇ ਮੈਂ ਦੋਨੋਂ ਪਾਸੇ ਸਕੇਅਰਿੰਗ ਕਰ ਲਵਾਂ ਸਕੇਅਰਿੰਗ ਬੋਥ ਸਾਈਡਸ ਤੇ ਆਪਣੇ ਕੋਲ ਆ ਗਿਆ a square equal to
रूट ना स्क्वायर खत्म हो जाएगा, ए स्क्वायर सारे जो कॉमन कर दो, cos स्क्वायर अल्फा प्लस cos स्क्वायर बीटा प्लस cos स्क्वायर गामा। क्लियर है निकल? Yes, Yes, sir. sir. Yes, sir. ए स्क्वायर कैंसिल कर जाओ तो देयरफॉर साडे को रिजल्ट आ गया cos स्क्वायर अल्फा प्लस cos स्क्वायर बीटा प्लस cos स्क्वायर गामा इक्वल टू 1। आ मेरे को एज सच डायरेक्शन कोसाइन दी सम टोटल नु ਅਸੀਂ 1 यूनिट डिफाइन कर ਦਾਂਗੇ। ਇਹਨਾਂ ਕਲੀਅਰ ਆ? Yes, sir. ਹੁਣ ਇਹ ਚ ਜਿਹੜਾ cos alpha ਵਾ ਇਹਨੂੰ ਨਹੀਂ ਦਾ ਨਾਮ ਦਿੱਤਾ, ਯਾਨੀ ਇਹਨੂੰ ਆਪਾਂ ਲਿਖਣਾ ਹੋਵੇ ਦੂਜੀ ਫਾਰਮ ਚ, ਇਹਨੂੰ ਲਿਖਾਂਗੇ l ਸਕੁਅਰ ਪਲੱਸ m ਸਕੁਅਰ ਪਲੱਸ n ਸਕੁਅਰ ਇਕੁਅਲ ਟੂ 1। ਕਲੀਅਰ ਹੈ ਜੀ? Yes, sir. Yes, sir. ਇਹਨਾਂ ਸਮਝ ਲੱਗਿਆ ਬੱਚੇ? Sir, LMN आपने Yes, sir. लिखा? l m n ਉਹਨੇ ਤਿੰਨ ਡਾਇਰੈਕਸ਼ਨ ਕੋਸਾਈਨ ਨੂੰ ਸ਼ਾਰਟਕਟ ਚ ਨਾਮ ਦਿੱਤਾ ਕਿ cos alpha ਨੂੰ ਅਸੀਂ l ਮੰਨ ਲਈਏ, cos beta ਨੂੰ m ਨਾਮ ਦੇਤਾ, cos gamma ਨੂੰ n ਕਹਿਤਾ। ਇਹਨਾਂ ਨੂੰ ਅਸੀਂ ਸ਼ਾਰਟ ਚ ਡਾਇਰੈਕਸ਼ਨ ਕੋਸਾਈਨ ਬੋਲਦੇ ਹਾਂ। ਠੀਕ ਹੈ? Yes, sir. ਹਾਂਜੀ, ਇਹਨਾਂ ਸਮਝ ਲੱਗਿਆ ਸਾਰਿਆਂ ਨੂੰ? Yes, Yes, sir. sir. Yes, sir. ਚਲੋ ਇੱਥੇ ਖਤਮ ਕਰਾਂਗੇ। ਕੱਲ ਆਪਣਾ ਇੱਕ ਛੋਟਾ ਜਿਹਾ ਟੌਪਿਕ ਰਹਿ ਗਿਆ ਇਹਦੇ ਵਿੱਚੋਂ, ਰੈਜ਼ੋਲੂਸ਼ਨ ਆਫ ਵੈਕਟਰ ਦੀਆਂ ਐਪਲੀਕੇਸ਼ਨ। ਤੇ ਬੇਟਾ ਉਸ ਤੋਂ ਬਾਅਦ ਆਪਣੇ ਕੋਲ ਆਣਾ, ਹੁਣ ਤੱਕ ਜੋ ਆਪਾਂ ਕੀਤਾ ਉਹਦੇ ਚ ਇੱਕ ਆਇਆ ਆਪਣੇ ਕੋਲ ਵੈਕਟਰ ਦੀ ਐਡੀਸ਼ਨ, ਦੂਜਾ ਸੀਗਾ ਵੈਕਟਰ ਦੀ ਸਬਟ੍ਰੈਕਸ਼ਨ, ਤੇ ਹੁਣ ਅਗਲਾ ਟੌਪਿਕ ਆਪਣੇ ਕੋਲ ਆਣਾ ਮਲਟੀਪਲੀਕੇਸ਼ਨ ਆਫ ਟੂ ਵੈਕਟਰ। ਉਹ ਚ ਦੋ ਤਰ੍ਹਾਂ ਦੀ ਮਲਟੀਪਲੀਕੇਸ਼ਨ ਆਏਗੀ, ਡਾਟ ਪ੍ਰੋਡਕਟ ਆਫ ਟੂ ਵੈਕਟਰਸ ਤੇ ਕ੍ਰਾਸ ਪ੍ਰੋਡਕਟ ਆਫ ਟੂ ਵੈਕਟਰਸ। ਕੱਲ ਉਹ ਟੌਪਿਕ ਇੰਪੋਰਟੈਂਟ ਹੋਏਗਾ, क्लास मिस ना करियो। चैतन्य ग्रुप च मैसेज पा दे कि कल क्लास कोई ना मिस करे। Excuse me, sir. हाँ मनी, Sir, मेरा errors वाला टेस्ट मैंने आपको भेजा था सर, वो अभी तक मिला नहीं। तेरे अच्छा तेरा रहंदा सी ना चेक होने वाला, वो तो मैंने ग्रुप च एक बार दोबारा भेज दे बेटा।